ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਣਾ ਡੇ 3 ਹੈ। ਆਪਾਂ ਇੱਥੇ ਪੋਲਿਟੀ ਦੇ ਪ੍ਰੀਵੀਅਸ ਈਅਰ ਕੁਐਸਚਨਸ ਡਿਸਕਸ ਕਰ ਰਹੇ ਹਾਂ। B.Tree+B ਨੇ ਜਿਹੜੇ ਹੋਰ ਸਾਰੇ ਐਗਜ਼ਾਮਸ ਦੇ ਵਿੱਚ ਪੁੱਛੇ ਹੋਏ ਨੇ। ਆਪਾਂ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ। ਫਸਟ ਕੁਐਸਚਨ ਹੈ, ਕਹਿੰਦੇ ਕਿ ਹੂ ਵਾਜ਼ ਦੀ ਐਡਵਾਈਜ਼ਰ ਆਫ ਡਰਾਫਟਿੰਗ ਕਮੇਟੀ ਆਫ ਕੌਂਸਟੀਟਿਊਐਂਟ ਅਸੈਂਬਲੀ। ਹੁਣ ਦੇਖੋ, ਜਦੋਂ ਵੀ ਆਪਾਂ ਡਰਾਫਟਿੰਗ ਕਮੇਟੀ ਬਾਰੇ ਗੱਲ ਕਰਦੇ ਹਾਂ ਨਾ, ਤਾਂ ਹਮੇਸ਼ਾ ਆਪਣੇ ਦਿਮਾਗ 'ਚ ਜਾਂਦਾ B.R. ਅੰਬੇਦਕਰ। ਬਟ ਜਿਹੜਾ B.R. ਅੰਬੇਦਕਰ ਜੀ ਸੀਗੇ, ਉਹ ਸਿਰਫ ਚੇਅਰਮੈਨ ਸੀਗੇ ਡਰਾਫਟਿੰਗ ਕਮੇਟੀ ਦੇ। ਤੇ ਜਿਹੜੇ ਐਡਵਾਈਜ਼ਰ ਨੇ, ਦੇਖੋ ਇੱਥੇ ਆਪਾਂ ਨੂੰ ਐਡਵਾਈਜ਼ਰ ਪੁੱਛਿਆ, ਜਿਹੜੇ ਐਡਵਾਈਜ਼ਰ ਸੀ ਉਹ ਸੀਗੇ B.N. ਰਾਓ। ਤਾਂ ਹਮੇਸ਼ਾ ਤੁਸੀਂ ਯਾਦ ਰੱਖਣਾ, ਜੇ ਤੁਹਾਨੂੰ ਪੁੱਛਣ ਚੇਅਰਮੈਨ ਤਾਂ ਡਰਾਫਟਿੰਗ ਕਮੇਟੀ ਦੇ ਆਪਣੇ ਕੋਲ B.R. ਅੰਬੇਦਕਰ ਜੀ, ਜੇ ਐਡਵਾਈਜ਼ਰ ਪੁੱਛਣ ਤਾਂ ਆਪਣੇ ਕੋਲ ਕੀ ਹੋਊਗਾ, B.N. ਰਾਓ। ਨੈਕਸਟ ਕੁਐਸਚਨ ਤੇ ਆ ਜਾਓ। ਨੈਕਸਟ ਕੁਐਸਚਨ ਕਹਿ ਰਹੇ ਨੇ, ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਆਪਰੇਟਸ ਔਨ ਵਿਚ ਆਫ ਦੀ ਫੋਲੋਇੰਗ ਪ੍ਰਿੰਸੀਪਲਸ। ਹੁਣ ਦੇਖੋ, ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ ਜਿਹੜੀ, ਇਹ ਕੱਲ ਵੀ ਆਪਣੇ ਕੋਲ ਇੱਕ ਕੁਐਸਚਨ ਆਇਆ ਸੀ, USA ਦੇ ਵਿੱਚ ਮਾਡਲ ਹੈ ਹਨਾ, ਤੇ ਇਹ ਵਰਕ ਕਰਦੀ ਹੈ ਡਾਕਟਰੀਨ ਆਫ ਸੈਪਰੇਸ਼ਨ ਆਫ ਪਾਵਰਸ ਦੇ ਵਿੱਚ। ਹੁਣ ਦੇਖੋ, ਕੋਆਪਰੇਸ਼ਨ ਐਂਡ ਕੋਆਰਡੀਨੇਸ਼ਨ, ਫਸਟ ਆਪਸ਼ਨ ਦੇਖੋ, ਕੋਆਪਰੇਸ਼ਨ ਐਂਡ ਕੋਆਰਡੀਨੇਸ਼ਨ ਬਿਟਵੀਨ ਐਗਜ਼ੀਕਿਊਟਿਵ ਐਂਡ ਲੈਜਿਸਲੇਟਿਵ। ਜਿਹੜਾ ਇਹ ਵਾਲਾ ਮਾਡਲ ਹੈ, ਇਹ ਆਪਣੇ ਇੰਡੀਆ ਦੇ ਵਿੱਚ ਪਾਰਲੀਮੈਂਟਰੀ ਸਿਸਟਮ ਲਈ ਵੈਲਿਡ ਹੈ। ਇੱਥੇ ਕੀ ਹੁੰਦਾ, ਐਗਜ਼ੀਕਿਊਟਿਵ ਤੇ ਲੈਜਿਸਲੇਟਿਵ ਦੇ ਵਿੱਚ ਆਪਸ ਦੇ ਵਿੱਚ ਕੋਆਰਡੀਨੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਜਿਵੇਂ ਕਿ ਹੁਣ ਲੋਕ ਸਭਾ ਦੇ ਵਿੱਚ ਪ੍ਰਾਈਮ ਮਿਨਿਸਟਰ ਵੀ, ਕਾਊਂਸਲ ਆਫ ਮਿਨਿਸਟਰਸ ਵੀ ਮੈਂਬਰ ਨੇ ਹਨਾ, ਤਾਂ ਉਹ ਜਿਹੜਾ ਪ੍ਰਾਈਮ ਮਿਨਿਸਟਰ ਆ, ਉਹਦੇ ਕਾਊਂਸਲ ਆਫ ਮਿਨਿਸਟਰਸ ਨੇ, ਉਹ ਐਗਜ਼ੀਕਿਊਟਿਵ ਦਾ ਕੰਮ ਵੀ ਕਰਦੇ ਨੇ ਤੇ ਲੈਜਿਸਲੇਟਿਵ ਦਾ ਕੰਮ ਵੀ ਕਰਦੇ ਨੇ। ਤੇ ਉਹ ਜੁਆਇੰਟਲੀ, ਸਾਰੇ ਜਿਹੜੇ ਕਾਊਂਸਲ ਆਫ ਮਿਨਿਸਟਰਸ ਨੇ, ਉਹ ਜੁਆਇੰਟਲੀ ਰਿਸਪੌਂਸਿਬਲ ਹੁੰਦੇ ਨੇ ਆਪਣੇ ਐਕਸ਼ਨਸ ਲਈ। ਕਿਹਨੂੰ? ਲੋਕ ਸਭਾ ਨੂੰ। ਉਹਨਾਂ ਨੇ ਜਵਾਬ ਦੇਣਾ ਹੁੰਦਾ ਕਿਹਨੂੰ? ਲੋਕ ਸਭਾ ਨੂੰ। ਤਾਂ ਉਹਨੂੰ ਆਪਾਂ ਕੀ ਕਹਿੰਦੇ ਆ, ਕੋਆਰਡੀਨੇਸ਼ਨ ਤੇ ਕੋਆਪਰੇਸ਼ਨ ਹੁੰਦੀ ਹੈ ਐਗਜ਼ੀਕਿਊਟਿਵ ਤੇ ਲੈਜਿਸਲੇਟਿਵ ਦੀ। ਜਦ ਕਿ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਦੇ ਵਿੱਚ ਇਦਾਂ ਕੁਛ ਨਹੀਂ ਹੈ, ਉੱਥੇ ਸੈਪਰੇਸ਼ਨ ਆਫ ਪਾਵਰਸ ਹੈ। ਐਗਜ਼ੀਕਿਊਟਿਵ ਅਲੱਗ ਹੈ, ਲੈਜਿਸਲੇਸ਼ਨ ਅਲੱਗ ਹੈ। ਲੈਜਿਸਲੇਟਿਵ ਦਾ ਮਤਲਬ ਕੀ ਹੁੰਦਾ, ਜਿਹੜੇ ਲਾਅ ਬਣਾਉਂਦੇ ਨੇ। ਐਗਜ਼ੀਕਿਊਟਿਵ ਦਾ ਮਤਲਬ ਕੀ ਹੁੰਦਾ, ਜਿਹੜੇ ਉਹ ਲਾਜ਼ ਨੂੰ ਇੰਪਲੀਮੈਂਟ ਕਰਦੇ ਨੇ। ਤਾਂ ਐਗਜ਼ੀਕਿਊਟਿਵ ਤੇ ਲੈਜਿਸਲੇਟਿਵ USA ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਦੇ ਵਿੱਚ ਦੋਨੇ ਅਲੱਗ-ਅਲੱਗ ਕੰਮ ਕਰਦੇ ਨੇ। ਉਹਨਾਂ ਦਾ ਆਪਸ ਦੇ ਵਿੱਚ ਕੋਆਰਡੀਨੇਸ਼ਨ ਤੇ ਕੋਆਪਰੇਸ਼ਨ ਨਹੀਂ ਹੁੰਦਾ। ਨੈਕਸਟ ਚੱਲਦੇ ਆਪਾਂ। ਨੈਕਸਟ ਆਪਣੇ ਕੋਲ ਆ ਗਿਆ, ਸੈਂਟਰਲ ਗਵਰਨਮੈਂਟ ਕੰਟਰੋਲਸ ਦੀ ਸਟੇਟ ਥਰੂ ਡਿਫਰੈਂਟ ਏਜੰਸੀਜ਼ ਐਂਡ ਟੈਕਨੀਕਸ ਵਿਚ ਅਮੰਗ ਦੀ ਫੋਲੋਇੰਗ ਇਜ਼ ਨਾਟ ਕਵਰਡ। ਹੁਣ ਦੇਖੋ, ਗਵਰਨਰ ਬਿਲਕੁਲ ਸਹੀ, ਗਵਰਨਰ ਨੂੰ ਸੈਂਟਰ ਗਵਰਨਮੈਂਟ ਅਪੁਆਇੰਟ ਕਰਦੀ ਹੈ ਹਰ ਇੱਕ ਸਟੇਟ ਦੇ ਵਿੱਚ। ਤਾਂ ਜਿਹੜਾ ਗਵਰਨਰ ਹੈ, ਬਿਲਕੁਲ ਸਹੀ ਆਨਸਰ। ਇਹਨੂੰ ਤਾਂ ਕੰਟਰੋਲ ਕਰ ਰਹੀ ਹੈ ਸਟੇਟ ਨੂੰ ਸੈਂਟਰ ਗਵਰਨਮੈਂਟ। ਆਲ ਇੰਡੀਆ ਸਰਵਿਸਿਜ਼, ਹੁਣ ਦੇਖੋ ਜਿਵੇਂ ਡਿਸਟ੍ਰਿਕਟ ਮੈਜਿਸਟ੍ਰੇਟ ਹੁੰਦਾ ਹੈ, ਡਿਸਟ੍ਰਿਕਟ ਕਲੈਕਟਰ ਹੁੰਦਾ ਹੈ, ਸਾਰੇ ਸਿਲੈਕਸ਼ਨ ਹੋ ਕੇ ਆਈ ਹੁੰਦੀ ਹੈ IAS IPS ਦੇ ਥਰੂ ਹਨਾ। ਤਾਂ ਇਹ ਆਲ ਇੰਡੀਆ ਸਰਵਿਸਿਜ਼ ਕੌਣ ਕੰਡਕਟ ਕਰਦਾ? UPSC, ਜਿਹੜਾ ਕਿ ਸੈਂਟਰਲ ਲੈਵਲ ਬੋਡੀ ਹੈ। ਤਾਂ ਇਹਦੇ ਥਰੂ ਵੀ ਸੈਂਟਰ ਕੰਟਰੋਲ ਕਰ ਰਿਹਾ ਸਟੇਟ ਨੂੰ। ਗ੍ਰਾਂਟਸ ਇਨ ਏਡ, ਬਿਲਕੁਲ ਸਹੀ, ਗ੍ਰਾਂਟਸ ਇਨ ਏਡ ਦੇਣ ਤੇ ਵੀ ਜਿਹੜਾ ਸੈਂਟਰ ਹੈ ਕੀ ਕਰਦਾ? ਕੰਟਰੋਲ ਕਰਦਾ ਸਟੇਟ ਨੂੰ। ਜਿਹੜੀ ਇਹ ਸਟੇਟ ਪੁਲਿਸ ਹੈ ਨਾ, ਇਹ ਟੋਟਲੀ ਸਟੇਟ ਦਾ ਸਬਜੈਕਟ ਹੈ। ਸਟੇਟ ਹੀ ਸਾਰਾ ਕੰਟਰੋਲ ਕਰਦਾ ਆਪਣੀ ਪੁਲਿਸ ਨੂੰ। ਤਾਂ ਇਹ ਜਿਹੜੀ ਆਨਸਰ ਆਪਣਾ ਇਹਦੇ ਵਿੱਚ ਆ ਜਾਊਗਾ ਸਟੇਟ ਪੁਲਿਸ, ਜਿਹੜਾ ਕਿ ਸੈਂਟਰ ਗਵਰਨਮੈਂਟ ਸਟੇਟ ਪੁਲਿਸ ਦੇ ਥਰੂ ਸਟੇਟ ਨੂੰ ਜਿਹੜਾ ਕੀ ਹੈ ਕੰਟਰੋਲ ਨਹੀਂ ਕਰ ਸਕਦਾ। ਨੈਕਸਟ ਕੁਐਸਚਨ। ਨੈਕਸਟ ਕੁਐਸਚਨ ਪੁੱਛ ਰਹੇ ਨੇ, ਵਟ ਇਜ਼ ਦੀ ਫੁੱਲ ਫਾਰਮ ਆਫ ਨੋਟਾ। ਹੁਣ ਦੇਖੋ, ਜਿਹੜੀ ਇਲੈਕਸ਼ਨ ਪ੍ਰੋਸੈਸ ਹੁੰਦੀ ਹੈ ਨਾ, ਉੱਥੇ ਜਿਵੇਂ ਕਿ ਆਪਣੇ ਕੋਲ ਡਿਫਰੈਂਟ ਪਾਰਟੀਜ਼ ਦੇ ਨੇਮ ਤੇ ਉਹਨਾਂ ਦੇ ਲੋਗੋ ਵਗੈਰਾ ਦਿੱਤੇ ਹੁੰਦੇ ਤੇ ਬਟਨ ਦਿੱਤਾ ਹੁੰਦਾ ਨਾ, ਇੱਕ ਲਾਸਟ 'ਚ ਬਲੈਕ ਕਲਰ ਦਾ ਬਟਨ ਹੁੰਦਾ ਜਿਹਦੇ ਤੇ ਕੀ ਨੋਟਾ ਲਿਖਿਆ ਹੁੰਦਾ। ਹੁਣ ਇਹ ਨੋਟਾ ਦੀ ਫੁੱਲ ਫਾਰਮ ਕੀ ਹੈ? ਇਹਦਾ ਫੁੱਲ ਫਾਰਮ ਹੁੰਦੀ ਹੈ ਨਨ ਆਫ ਦੋਜ਼ ਅਬਵ। ਨੈਕਸਟ ਚਲੋ ਬੱਚੇ, ਨੈਕਸਟ ਆਪਣੇ ਕੋਲ ਆ ਗਿਆ, ਹੂ ਵਾਜ਼ ਦੀ ਫਸਟ ਵੂਮਨ ਜੱਜ ਇਨ ਸੁਪਰੀਮ ਕੋਰਟ ਆਫ ਇੰਡੀਆ। ਵੈਰੀ ਇੰਪੋਰਟੈਂਟ। ਦੇਖੋ, ਹੁਣ ਜਿਹੜੇ M ਫਾਤਿਮਾ ਬੀਬੀ ਇਹਦਾ ਆਨਸਰ ਹੈ, ਠੀਕ ਹੈ। ਇਹ 1989 ਦੇ ਵਿੱਚ ਪਹਿਲੀ ਵਾਰ ਵੂਮਨ ਸੁਪਰੀਮ ਕੋਰਟ ਜੱਜ ਬਣੀ ਸੀ। ਇਹ ਫਸਟ ਮੁਸਲਿਮ ਵੂਮਨ ਵੀ ਸੀਗੇ। ਇਹ ਮੁਸਲਿਮ ਵੂਮਨ ਸੀਗੇ ਜਿਹੜੇ ਕਿ ਫਸਟ ਸੁਪਰੀਮ ਕੋਰਟ ਦੇ ਜੱਜ ਲੱਗੇ ਸੀਗੇ। ਨੈਕਸਟ ਚਲਦੇ ਹਾਂ ਆਪਾਂ। ਨੈਕਸਟ ਕਹਿੰਦੇ ਨੇ, ਵਟ ਆਰ ਦੀ ਫਸਟ 3 words ਆਫ ਇੰਡੀਅਨ ਕਨਸਟੀਟਿਊਸ਼ਨ ਰਿਲੇਟਿਡ ਟੂ ਆਈਡੀਆ ਆਫ ਦੀ ਸੈਲਫ ਗਵਰਨਮੈਂਟ। ਹੁਣ ਦੇਖੋ, ਸਭ ਤੋਂ ਸਟਾਰਟਿੰਗ ਦੇ ਵਿੱਚ ਕੀ ਲਿਖਿਆ ਹੋਇਆ ਆਪਣੇ ਕੋਲ? ਪ੍ਰੀਐਂਬਲ ਹਨਾ। ਪ੍ਰੀਐਂਬਲ ਦੇ ਸਟਾਰਟਿੰਗ ਦੇ ਵਰਡਸ ਨੇ, ਵੀ ਦੀ ਪੀਪਲ ਆਫ ਇੰਡੀਆ hereby adopt this constitution to ourselves। ਇਸ ਤਰ੍ਹਾਂ ਦੀ ਵਰਡਿੰਗ ਹੈ। ਤਾਂ ਵੀ ਦੀ ਪੀਪਲ, ਇਹਦਾ ਮਤਲਬ ਕੀ ਹੈ ਕਿ ਪੀਪਲ ਨੇ
ਜਿਹੜੇ ਲੋਕ ਨੇ ਉਹਨਾਂ ਨੇ ਹੀ ਆਪਣੇ ਆਪ ਕਨਸਟੀਟਿਊਸ਼ਨ ਨੂੰ ਬਣਾਇਆ ਤੇ ਆਪਣੇ ਲਈ ਕਨਸਟੀਟਿਊਸ਼ਨ ਨੂੰ ਲਾਗੂ ਕੀਤਾ। ਇਹ ਫੁੱਲ ਡੈਮੋਕ੍ਰੈਟਿਕ ਗੱਲ ਹੈ। ਨੈਕਸਟ ਆ ਗਿਆ ਆਪਣੇ ਕੋਲ which of the following authority conducts election of the office of the president। ਹੁਣ ਦੇਖੋ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਲੈਕਸ਼ਨ ਕਮਿਸ਼ਨ, ਆਪਾਂ ਕਾਫੀ ਵਾਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਾਰੇ ਡਿਸਕਸ਼ਨ ਕਰ ਚੁੱਕੇ ਹਾਂ। ਤੁਹਾਨੂੰ ਪਤਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੀ ਮੋਸਟਲੀ ਇੰਡੀਆ ਦੀਆਂ ਜਿਹੜੀਆਂ ਇਲੈਕਸ਼ਨਸ ਕਰਵਾਉਂਦਾ। ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਕਿਹੜੀਆਂ ਇਲੈਕਸ਼ਨਸ ਜਿਹੜੀਆਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਵਾਉਂਦਾ। ਇੱਕ ਤੁਸੀਂ ਸੁਣਿਆ ਹੋਣਾ ਸਟੇਟ ਇਲੈਕਸ਼ਨ ਕਮਿਸ਼ਨ, ਉਹ ਵੀ ਮੈਂ ਤੁਹਾਨੂੰ ਦੱਸੂੰਗੀ ਕਿ ਉਹ ਕਿਹੜੀਆਂ ਇਲੈਕਸ਼ਨਸ ਕੰਡਕਟ ਕਰਵਾਉਂਦੇ ਆ। ਹੁਣ ਦੇਖੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਇਹ ਸਾਰੀਆਂ ਲੋਕ ਸਭਾ, ਰਾਜ ਸਭਾ ਤੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਕੰਡਕਟ ਕਰਵਾਉਂਦਾ। ਮਤਲਬ ਕਿ ਸੈਂਟਰ ਲੈਵਲ ਤੇ ਜਿਹੜੀਆਂ ਵੀ ਇਲੈਕਸ਼ਨਸ ਹੋ ਰਹੀਆਂ ਨੇ ਉਹ ਸਾਰੀਆਂ ਇਲੈਕਸ਼ਨ ਕਮਿਸ਼ਨ ਨੇ ਕਰਵਾਉਣੀਆਂ ਨੇ। ਉਸ ਤੋਂ ਇਲਾਵਾ ਸਟੇਟ ਦੇ ਵਿੱਚ ਜਿਹੜੀ MLAs ਲਈ ਇਲੈਕਸ਼ਨ ਹੁੰਦੀ ਹੈ, ਜਿਵੇਂ ਹੁਣ ਭਗਵੰਤ ਮਾਨ ਜੀ ਆਪਣੇ CM ਬਣੇ ਨੇ, ਉਦੋਂ ਜਿਹੜੀ ਇਲੈਕਸ਼ਨਸ ਹੋਈਆਂ ਸੀ ਉਹ ਵੀ ਸਾਰੀਆਂ ਕਿਹਨੇ ਕੰਡਕਟ ਕਰਵਾਈਆਂ ਸੀ? ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਰਵਾਈਆਂ ਸੀ। ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੁੰਦਾ ਉਹ ਕਿਹੜੀਆਂ ਇਲੈਕਸ਼ਨਸ ਕੰਡਕਟ ਕਰਾਉਂਦਾ? ਉਹ ਆਪਣੀਆਂ 3rd ਟਾਇਰ ਦੀਆਂ ਕਰਾਉਂਦਾ। ਇਹ 3rd ਟਾਇਰ ਹੈ ਕਿ ਪੰਚਾਇਤਸ ਹੋ ਗਈਆਂ, ਆਪਣੀਆਂ ਮਿਊਨਿਸਪਲ ਕਮੇਟੀਜ਼ ਹੋ ਗਈਆਂ, ਇਹਦੀਆਂ ਸਾਰੀਆਂ ਜਿਹੜੀਆਂ ਇਲੈਕਸ਼ਨਸ ਜਿਵੇਂ MC ਵਗੈਰਾ ਦੀਆਂ ਵੋਟਾਂ ਹੁੰਦੀਆਂ ਨਾ, ਉਹ ਸਾਰੀਆਂ ਸਟੇਟ ਇਲੈਕਸ਼ਨ ਕਮਿਸ਼ਨ ਜਿਹੜਾ ਕੰਡਕਟ ਕਰਵਾਉਂਦਾ। ਨੈਕਸਟ ਹਾਂਜੀ ਨੈਕਸਟ ਕੁਐਸਚਨ ਆਪਣੇ ਕੋਲ ਆ ਗਿਆ ਵਿਚ ਇਜ਼ ਦੀ ਚੀਫ ਪੋਲਿਸੀ ਫਾਰਮੂਲੇਟਿੰਗ ਬੋਡੀ ਆਫ ਸੈਂਟਰਲ ਗਵਰਨਮੈਂਟ। ਬੱਚੇ ਆਪਣੇ ਕੋਲ ਜਿਹੜੀ ਚੀਫ ਪੋਲਿਸੀ ਫਾਰਮੂਲੇਟਿੰਗ ਬੋਡੀ ਹੈ ਸੈਂਟਰਲ ਗਵਰਨਮੈਂਟ ਦੀ, ਉਹ ਆਪਣੇ ਕੋਲ ਕੀ ਹੁੰਦੀ ਹੈ? ਕੈਬਨਿਟ। ਜਿਹੜਾ ਇਹ ਕੈਬਨਿਟ ਹੈ, ਹੁਣ ਦੇਖੋ ਲੋਕ ਸਭਾ ਦੇ ਵਿੱਚ ਟੋਟਲ ਸਟਰੈਂਥ 552 ਹੋ ਸਕਦੀ ਹੈ। ਹੁਣ ਇਹ 552 ਲੋਕ ਤਾਂ ਜੇ ਕੁਝ ਡਿਸਾਈਡ ਕਰਨ ਬੈਠ ਜਾਣਗੇ ਤਾਂ ਸਾਲ ਪੂਰਾ ਲੱਗ ਜੂਗਾ, 2 ਸਾਲ ਵੀ ਲੱਗ ਸਕਦੇ ਨੇ, ਡਿਸੀਜਨ ਤੇ ਨਹੀਂ ਪਹੁੰਚਿਆ ਜਾਣਾ। ਤਾਂ ਕੀ ਹੁੰਦਾ? PM ਬੈਠਦਾ ਤੇ PM ਚੂਜ਼ ਕਰਦਾ ਆਪਣਾ ਕੈਬਨਿਟ। ਕੈਬਨਿਟ ਤੇ ਕਾਉਂਸਲ ਆਫ ਮਿਨਿਸਟਰਸ ਵੀ ਅਲੱਗ-ਅਲੱਗ ਕੰਸੈਪਟ ਹੈ, ਵੀ ਮੈਂ ਤੁਹਾਨੂੰ ਇੱਕ ਦਿਨ ਬਹੁਤ ਅੱਛੀ ਤਰ੍ਹਾਂ ਸਮਝਾ ਦੂੰਗੀ ਤਾਂ ਕਿ ਤੁਹਾਨੂੰ ਪ੍ਰੋਪਰ ਕਲੈਰਿਟੀ ਮਿਲ ਜੇ ਕਿ ਇਹ ਕੀ ਹੁੰਦਾ। ਠੀਕ ਹੈ, ਫਿਲਹਾਲ ਲਈ ਤੁਸੀਂ ਸਮਝ ਲਓ ਕਿ ਕਾਉਂਸਲ ਆਫ ਮਿਨਿਸਟਰ ਦੇ ਵਿੱਚੋਂ 5-7 ਜਾਂ 15-20 ਮਿਨਿਸਟਰਸ ਜਿਹੜੇ ਬਹੁਤ ਫੇਵਰੇਟ ਹੁੰਦੇ ਆ PM ਦੇ, ਉਹਨਾਂ ਦਾ ਉਹ ਕੈਬਨਿਟ ਬਣਾ ਲੈਂਦਾ ਤੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਕੈਬਨਿਟ। ਤੇ ਉਹ PM ਤੇ ਕੈਬਨਿਟ ਮਿਲ ਕੇ ਡਿਸੀਜਨ ਲੈਂਦੇ ਨੇ ਤੇ ਉਹ ਆਪਣੀ ਜਿਹੜੇ ਸਾਰੇ ਕਾਉਂਸਲ ਆਫ ਮਿਨਿਸਟਰਸ ਨੂੰ ਡਿਸੀਜਨ ਮੰਨਣ ਲਈ ਕਿਹਾ ਜਾਂਦਾ। ਤਾਂ ਆਪਣੇ ਕੋਲ ਜਿਹੜੀ ਚੀਫ ਪੋਲਿਸੀ ਫਾਰਮੂਲੇਟਿੰਗ ਬੋਡੀ ਹੁੰਦੀ ਹੈ ਉਹ ਆਪਣੇ ਕੋਲ ਕੈਬਨਿਟ ਹੁੰਦੀ ਹੈ। ਨੈਕਸਟ ਕੁਐਸਚਨ ਤੇ ਚੱਲਦੇ ਹਾਂ ਆਪਾਂ। ਨੈਕਸਟ ਕੁਐਸਚਨ ਆ ਗਿਆ ਹਾਊ ਮੈਨੀ ਸੈਸ਼ਨਸ ਆਫ ਲੋਕ ਸਭਾ ਟੇਕ ਪਲੇਸ ਇਨ ਅ ਈਅਰ। ਇਹ ਆਪਾਂ ਕੱਲ ਵੀ ਡਿਸਕਸ਼ਨ ਕਰ ਲਈ ਸੀ, 3 ਹੁੰਦੇ ਆ। ਹੁਣ ਕਿਹੜਾ ਸੈਸ਼ਨ ਚੱਲ ਰਿਹਾ ਆਪਣੇ ਕੋਲ? ਬਜਟ ਸੈਸ਼ਨ ਚੱਲ ਰਿਹਾ ਤੇ ਬਜਟ ਸੈਸ਼ਨ ਤੋਂ ਬਾਅਦ ਆਪਣਾ ਕਿਹੜਾ ਸ਼ੁਰੂ ਹੋ ਜਾਊਗਾ? ਮੌਨਸੂਨ ਸੈਸ਼ਨ ਸ਼ੁਰੂ ਹੋ ਜਾਊਗਾ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਵਿੰਟਰ ਸੈਸ਼ਨ, ਇਹ ਲਾਸਟ ਸੈਸ਼ਨ ਹੁੰਦਾ ਆਪਣੇ ਸਾਲ ਦਾ। ਇਹ 3 ਸੈਸ਼ਨਸ ਹੁੰਦੇ ਨੇ ਜਿਹੜੇ ਆਮ ਤੌਰ ਤੇ ਜਿਹੜੇ ਕੰਡਕਟ ਕੀਤੇ ਜਾਂਦੇ ਆ। ਨੈਕਸਟ ਆਪਣੇ ਕੋਲ ਆ ਗਿਆ ਅ ਬਿਲ ਕੈਨ ਨਾਟ ਬਿਕਮ ਐਨ ਐਕਟ ਆਫ ਪਾਰਲੀਮੈਂਟ ਅਨਲੈਸ ਐਂਡ ਅਨਟਿਲ। ਹੁਣ ਦੇਖੋ ਬਿੱਲ ਜਿਹੜੀ ਐਕਟ ਬਣਦੀ ਹੈ ਨਾ, ਇਹਦੇ ਲਈ ਤੁਸੀਂ ਹਮੇਸ਼ਾ ਯਾਦ ਰੱਖਣਾ ਜਦ ਤੱਕ ਉਹਨੂੰ ਪ੍ਰੈਜ਼ੀਡੈਂਸ਼ੀਅਲ ਅਸੈਂਟ ਨਹੀਂ ਮਿਲਦਾ ਨਾ, ਉਦੋਂ ਤੱਕ ਕੋਈ ਵੀ ਬਿੱਲ ਐਕਟ ਨਹੀਂ ਬਣ ਸਕਦਾ। ਬਸ ਇਹਦਾ ਆਨਸਰ ਇਹੀ ਹੈ ਕਿ ਜਦੋਂ ਤੱਕ ਉਹਨੂੰ ਪ੍ਰੈਜ਼ੀਡੈਂਟ ਅਸੈਂਟ ਨਹੀਂ ਦਿੰਦਾ ਉਦੋਂ ਤੱਕ ਬਿੱਲ ਐਕਟ ਨਹੀਂ ਬਣ ਸਕਦਾ। ਬੱਚੇ ਇੱਥੇ ਮੈਂ ਤੁਹਾਨੂੰ ਥੋੜਾ ਜਿਹਾ ਐਕਸਪਲੇਨ ਕਰ ਦਿੰਦੀ ਹਾਂ ਬਿੱਲ ਕੀ ਹੁੰਦਾ। ਬਿੱਲ ਇੱਕ ਕੱਚਾ ਡਾਕੂਮੈਂਟ ਹੁੰਦਾ ਜਿਹੜਾ ਕਿ ਤਿਆਰ ਕੀਤਾ ਜਾਂਦਾ ਬਾਏ ਜਿਹੜਾ ਵੀ ਬੰਦਾ ਇੰਟਰੋਡਿਊਸ ਕਰ ਰਿਹਾ ਕੋਈ ਵੀ ਨਵੀਂ ਪੋਲਿਸੀ, ਤੇ ਉਸ ਤੋਂ ਬਾਅਦ ਉਹ ਐਕਟ ਕੀ ਹੁੰਦਾ? ਐਕਟ ਹੁੰਦਾ ਜਿਹੜਾ ਲਾਅ ਬਣ ਜਾਵੇ। ਐਕਟ ਕੀ ਹੁੰਦੀ ਹੈ? ਲਾਅ ਹੁੰਦੀ ਹੈ, ਜਦ ਕਿ ਬਿੱਲ ਇੱਕ ਕੱਚੀ ਚੀਜ਼ ਹੁੰਦੀ ਹੈ ਜਿਹੜੀ ਕਿ ਸਿਰਫ। ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ। ਨੈਕਸਟ ਕੁਐਸਚਨ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਹੂ ਅਮੰਗ ਦੀ ਫੋਲੋਇੰਗ ਇਨ ਸਟੇਟ ਲੈਜਿਸਲੇਚਰ ਡਿਸਾਈਡ ਵੈਦਰ ਅ ਬਿੱਲ ਇਜ਼ ਮਨੀ ਬਿੱਲ ਔਰ ਨੋਟ। ਇਹ ਮੈਂ ਤੁਹਾਨੂੰ ਫਸਟ ਲੈਕਚਰ ਦੇ ਵਿੱਚ ਦੱਸਿਆ ਸੀਗਾ, ਜਿਹੜਾ ਸਪੀਕਰ ਹੁੰਦਾ ਨਾ ਉਹਦੇ ਕੋਲ ਫੁੱਲ ਪਾਵਰ ਹੁੰਦੀ ਹੈ ਕਿ ਉਹ ਡਿਸਾਈਡ ਕਰੇ ਕਿ ਇਹ ਬਿੱਲ ਮਨੀ ਬਿੱਲ ਹੈ ਜਾਂ ਨਹੀਂ ਹੈ। ਤਾਂ ਉਹਦੀ ਆਪਣੀ ਡਿਸਕ੍ਰਿਸ਼ਨਰੀ ਪਾਵਰ ਹੀ ਹੁੰਦੀ ਹੈ ਇੱਕ ਤਰ੍ਹਾਂ ਦੀ ਕਿ ਇਹ ਬਿੱਲ ਮਨੀ ਬਿੱਲ ਹੈ ਜਾਂ ਨਹੀਂ। ਵੈਸੇ ਸਪੀਕਰ ਜਿਹੜਾ ਹੁੰਦਾ ਉਹ ਪਾਰਟੀ ਇਨ ਪਾਵਰ ਦਾ ਹੁੰਦਾ ਤੇ ਪਾਵਰ ਜਿਹੜੀ ਪਾਰਟੀ ਹੁੰਦੀ ਆ ਉਹਦੇ ਅਕੋਰਡਿੰਗ ਹੀ ਉਹ ਦੱਸਦਾ ਕਿ ਇਹ ਬਿੱਲ ਨੂੰ ਮਨੀ ਬਿੱਲ ਬਣਾ ਦਿੱਤਾ ਜਾਵੇ। ਕਿਸੇ ਬਿੱਲ ਨੂੰ ਮਨੀ ਬਿੱਲ ਡਿਕਲੇਅਰ ਕਰਨ ਦਾ ਫਾਇਦਾ ਕੀ ਹੁੰਦਾ? ਉਹਦੇ ਵਿੱਚ ਰਾਜ ਸਭਾ ਦੀ ਜਿਹੜੀ ਸੇ ਹੁੰਦੀ ਆ ਉਹ ਘੱਟ ਜਾਂਦੀ ਹੈ ਮਨੀ ਬਿੱਲ ਦੇ ਵਿੱਚ। ਫਿਰ ਨੈਕਸਟ ਚੱਲਦੇ ਆਪਾਂ। ਨੈਕਸਟ ਆਪਣੇ ਕੋਲ ਆ ਗਿਆ ਵਿਚ ਅਮੰਗ ਦੀ ਫੋਲੋਇੰਗ ਕੈਨ ਨਾਟ ਬੀ ਐਨ ਇਸ਼ੂ ਬਿਟਵੀਨ ਸੈਂਟਰ ਐਂਡ ਸਟੇਟ। ਹੁਣ ਦੇਖੋ ਸਿਲੈਕਸ਼ਨ ਆਫ ਸਟੇਟ ਅਸੈਂਬਲੀ ਸਪੀਕਰ,
ਓਕੇ, ਇਹਨੂੰ ਦੇਖਦੇ ਹਾਂ ਆਪਾਂ ਬਾਅਦ ਚੋਂ। ਮਿਸਯੂਜ਼ ਆਫ ਆਰਟੀਕਲ 356। ਆਰਟੀਕਲ 356 ਇਹਨੂੰ ਆਪਾਂ ਸਟੇਟ ਐਮਰਜੈਂਸੀ ਕਹਿੰਦੇ ਜਾਂ ਫਿਰ ਆਪਾਂ ਇਹਨੂੰ ਪ੍ਰੈਜ਼ੀਡੈਂਟਸ ਰੂਲ ਕਹਿੰਦੇ ਆ। ਬਹੁਤ ਮਸ਼ਹੂਰ ਹੈ ਇਹ। ਪੰਜਾਬ ਦੇ ਵਿੱਚ 8 ਵਾਰ ਜਿਹੜਾ ਪ੍ਰੈਜ਼ੀਡੈਂਟ ਰੂਲ ਹੁਣ ਤੱਕ ਲੱਗ ਚੁੱਕਿਆ। ਤੇ ਇਸ਼ੂ ਆਫ ਗ੍ਰਾਂਟਸ ਓਬਵੀਅਸਲੀ ਇਹਦੇ ਨਾਲ ਵੀ ਪ੍ਰੋਬਲਮ ਹੁੰਦੀ ਹੈ ਸੈਂਟਰ ਤੇ ਸਟੇਟ ਦੇ ਵਿੱਚ। ਕੋਈ ਹਰ ਇੱਕ ਸਟੇਟ ਕਹਿੰਦੀ ਹੈ ਮੈਨੂੰ ਗ੍ਰਾਂਟ ਜ਼ਿਆਦਾ ਦਿਓ, ਮੈਨੂੰ ਗ੍ਰਾਂਟ ਜ਼ਿਆਦਾ ਦਿਓ। ਜਿਹੜਾ ਗਵਰਨਰ ਹੁੰਦਾ ਨਾ, ਇਹ ਸਟੇਟ ਦੇ ਵਿੱਚ ਲਗਾਇਆ ਜਾਂਦਾ ਬਾਏ ਸੈਂਟਰ ਗਵਰਨਮੈਂਟ। ਗਵਰਨਰ ਦੀ ਹੁਣ ਪੰਜਾਬ CM ਭਗਵੰਤ ਮਾਨ ਨਾਲ ਵੀ ਕਿੰਨੀ ਪ੍ਰੋਬਲਮਸ ਚੱਲ ਰਹੀਆਂ ਨੇ ਗਵਰਨਰ ਦੀਆਂ, ਆਪਾਂ ਦੇਖ ਹੀ ਰਹੇ ਹਾਂ ਅੱਜ ਕੱਲ੍ਹ ਨਿਊਜ਼ ਦੇ ਵਿੱਚ। ਤੇ ਗਵਰਨਰ ਵੀ ਜਿਹੜਾ ਸੈਂਟਰ ਦਾ ਹੁੰਦਾ, ਇਸ ਕਰਕੇ ਵੀ ਸਟੇਟ ਦੇ ਵਿੱਚ ਤੇ ਸੈਂਟਰ ਦੇ ਵਿੱਚ ਪ੍ਰੋਬਲਮਸ ਚੱਲਦੀਆਂ ਰਹਿੰਦੀਆਂ ਨੇ। ਪਰ ਜਿਹੜਾ ਸਟੇਟ ਅਸੈਂਬਲੀ ਸਪੀਕਰ ਹੁੰਦਾ ਨਾ, ਇਹਦੇ ਵਿੱਚ ਸੈਂਟਰ ਦੀ ਕੋਈ ਸੇ ਨਹੀਂ ਹੁੰਦੀ। ਇਹ ਜਿਹੜੇ ਸਟੇਟ ਵਾਲੇ ਖੁਦ ਹੀ ਜਿਹੜੇ ਆਪਣੇ MLAs ਹੁੰਦੇ ਆ ਡਿਸਾਈਡ ਕਰਦੇ ਆ। ਤਾਂ ਕਰਕੇ ਇਹਦੇ ਵਿੱਚ ਇਹ ਆਪਣੇ ਕੋਲ ਆਨਸਰ ਆ ਜਾਊਗਾ। ਇਹ ਨਹੀਂ ਇਸ਼ੂ ਹੋ ਸਕਦਾ ਸੈਂਟਰ ਤੇ ਸਟੇਟ ਦੇ ਵਿੱਚ। ਨੈਕਸਟ ਆਪਣੇ ਕੋਲ ਆ ਗਿਆ, ਹੂ ਅਮੰਗ ਦੀ ਫੋਲੋਇੰਗ ਹੈਜ਼ ਦੀ ਪਾਵਰ ਟੂ ਵੀਟੋ ਦੀ ਬਿੱਲ। ਹੁਣ ਤੁਹਾਨੂੰ ਤੁਸੀਂ ਸੁਣਿਆ ਹੋਣਾ ਪ੍ਰੈਜ਼ੀਡੈਂਟ ਦੀਆਂ ਵੀਟੋ ਪਾਵਰਸ, ਤਾਂ ਇਹਦਾ ਆਨਸਰ ਪ੍ਰੈਜ਼ੀਡੈਂਟ ਹੀ ਹੈ। ਪ੍ਰੈਜ਼ੀਡੈਂਟ ਕੋਲ ਕਾਫੀ ਵੀਟੋ ਪਾਵਰਸ ਹੁੰਦੀਆਂ ਨੇ, ਪਰ ਉਹ ਡਿਸਕ੍ਰਿਸ਼ਨਰੀ ਨਹੀਂ ਹੁੰਦੀਆਂ। ਕਈ ਜਿਵੇਂ ਕਿ ਪੋਕੇਟ ਵੀਟੋ ਹੋ ਜਾਂਦੀ ਹੈ ਡਿਸਕ੍ਰਿਸ਼ਨਰੀ। ਪਰ ਜੇ 2 ਵਾਰ ਪ੍ਰੈਜ਼ੀਡੈਂਟ ਕੋਲ ਬਿੱਲ ਚਲਾ ਗਿਆ ਕੋਈ ਪਾਸ ਹੋ ਕੇ, ਤਾਂ ਪ੍ਰੈਜ਼ੀਡੈਂਟ ਨੂੰ ਸਾਈਨ ਕਰਨਾ ਹੀ ਪੈਂਦਾ, ਅਸੈਂਟ ਦੇਣਾ ਹੀ ਪੈਂਦਾ। ਤਾਂ ਮਤਲਬ ਐਵੇਂ ਨਹੀਂ ਕਹਿ ਸਕਦੇ ਕਿ ਇਹ ਬਹੁਤ ਜ਼ਿਆਦਾ ਵੱਡੀ ਪਾਵਰ ਹੈ ਪ੍ਰੈਜ਼ੀਡੈਂਟ ਕੋਲ। ਮਤਲਬ ਇੱਕ ਵਾਰ ਉਹ ਰਿਫਿਊਜ਼ ਕਰ ਸਕਦਾ ਹੈ ਬਿੱਲ, ਕਿ ਇਹ ਬਿੱਲ ਨੂੰ ਇੱਕ ਵਾਰ ਦੁਬਾਰਾ ਦੇਖੋ ਤੁਸੀਂ। ਪਰ ਐਵੇਂ ਨਹੀਂ ਕਿ ਪ੍ਰੈਜ਼ੀਡੈਂਟ ਪੂਰੀ ਤਰ੍ਹਾਂ ਮਨਾ ਹੀ ਕਰ ਸਕਦਾ ਕਿਸੇ ਬਿੱਲ ਨੂੰ ਅਸੈਂਟ ਦੇਣ ਲਈ। ਨੈਕਸਟ ਆਪਣੇ ਕੋਲ ਆ ਗਿਆ, who among the following has the right to seek an advisory opinion of the Supreme Court of India on any question of law। ਇਹ ਵੀ ਆਪਣੇ ਕੋਲ ਪ੍ਰੈਜ਼ੀਡੈਂਟ ਹੀ ਹੁੰਦਾ। ਪ੍ਰੈਜ਼ੀਡੈਂਟ ਕੋਲ ਇੱਕ ਬਹੁਤ ਅੱਛੀ ਪਾਵਰ ਹੁੰਦੀ ਹੈ ਕਿ ਉਹ ਸੁਪਰੀਮ ਕੋਰਟ ਨੂੰ ਕੋਈ ਵੀ ਡਾਕੂਮੈਂਟ ਜਾਂ ਫਾਈਲ ਭੇਜ ਕੇ ਕਹਿ ਸਕਦਾ ਕਿ ਮੈਨੂੰ ਇਹਦੇ ਤੇ ਆਪਣੀ ਓਪੀਨੀਅਨ ਦਿਓ। ਉਹ ਐਡਵਾਈਸਰੀ ਨੇਚਰ ਦਾ ਹੁੰਦਾ। ਪ੍ਰੈਜ਼ੀਡੈਂਟ ਤੇ ਕੋਈ ਵੀ ਮੈਂਡੇਸ਼ਨ ਨਹੀਂ ਹੁੰਦੀ ਕਿ ਉਹਨੂੰ ਉਹ ਲਾਗੂ ਕਰੇ ਹੀ ਕਰੇ। ਸੁਪਰੀਮ ਕੋਰਟ ਬਸ ਆਪਣੀ ਰਾਏ ਦੱਸਦਾ। ਉਹ ਪ੍ਰੈਜ਼ੀਡੈਂਟ ਨੂੰ ਸਿਰਫ ਇੱਕ ਰਾਏ ਲੈਣੀ ਹੁੰਦੀ ਹੈ। ਪ੍ਰੈਜ਼ੀਡੈਂਟ ਤੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੋ ਸਕਦੀ ਕਿ ਤੁਸੀਂ ਇਹ ਕਰਨਾ ਹੀ ਕਰਨਾ ਹੈ। ਨੈਕਸਟ ਆਪਣੇ ਕੋਲ ਆ ਗਿਆ, ਫੈਡਰਲ ਸਟਰਕਚਰ ਆਫ ਗਵਰਨਮੈਂਟ ਆਫ ਇੰਡੀਆ ਪ੍ਰੋਵਾਈਡ। ਇਹ ਵੀ ਆਪਾਂ ਕੱਲ ਡਿਸਕਸ ਕਰ ਚੁੱਕੇ ਤੁਸੀਂ। ਇਹ ਆਪਣੇ ਕੋਲ ਆ ਗਿਆ 3 ਟਾਇਰ ਸਿਸਟਮ। ਇਹ ਆਪਾਂ ਕੱਲ ਬਹੁਤ ਚੰਗੀ ਤਰ੍ਹਾਂ ਡਿਸਕਸ ਕੀਤਾ। ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਕਿ ਇਹ ਮੈਂ ਰੋਜ਼ ਜਿਹੜੇ ਕੁਐਸਚਨਸ ਲੈ ਕੇ ਆਉਂਦੀ ਹਾਂ ਅਲੱਗ-ਅਲੱਗ ਐਗਜ਼ਾਮਸ ਤੋਂ ਕਲੈਕਟ ਕਰਕੇ ਲੈ ਕੇ ਆਉਂਦੀ ਹਾਂ, ਤੇ ਫਿਰ ਵੀ ਕਿੰਨੇ ਕੁਐਸਚਨਸ ਰਿਪੀਟ ਹੋ ਰਹੇ ਨੇ। ਹਜੇ ਤਾਂ ਆਪਾਂ ਸਿਰਫ 3 ਲੈਕਚਰਸ ਹੀ ਕੀਤੇ ਨੇ। 3 ਲੈਕਚਰਸ ਦੇ ਵਿੱਚ ਹੀ ਬਹੁਤ ਸਾਰੇ ਕੁਐਸਚਨਸ ਜਿਹੜੇ ਰਿਪੀਟ ਹੋ ਗਏ। ਤਾਂ PSSB ਦਾ ਜਿਹੜਾ ਪੈਟਰਨ ਹੈ, ਨੀਟਰ ਜਿਹੜੀ ਆਰਗੇਨਾਈਜੇਸ਼ਨ ਆ ਉਹ ਕੰਡਕਟ ਕਰਦੀ ਹੈ, ਤੇ ਇਹ ਕਾਫੀ ਸਾਰੇ ਕੁਐਸਚਨਸ ਜਿਹੜੇ ਰਿਪੀਟ ਕਰਦੀ ਹੈ। ਤਾਂ ਤੁਸੀਂ PYQs ਤੇ ਬਹੁਤ ਜ਼ਿਆਦਾ ਧਿਆਨ ਦਿਓ ਤੇ ਤੁਹਾਡਾ ਐਗਜ਼ਾਮ ਪੱਕਾ ਕਲੀਅਰ ਹੋ ਜਾਊਗਾ ਬੱਚੇ। ਫਸਟ ਸਟੈਪ ਹੈ ਥਿਊਰੀ ਪੜ੍ਹਨਾ, ਸੈਕਿੰਡ ਸਟੈਪ ਹੈ MCQs ਕਰਨਾ। ਤੇ MCQs ਕਿੱਥੋਂ ਕਰਨਾ? PSSB ਦੇ ਪ੍ਰੀਵੀਅਸ ਕੁਐਸਚਨ ਪੇਪਰਸ ਚੋਂ। ਥੈਂਕ ਯੂ ਬੱਚੇ, ਅੱਜ ਲਈ ਇੰਨਾ ਹੀ। ਬਾਕੀ ਆਪਾਂ ਕੱਲ੍ਹ ਨੂੰ ਕਰਾਂਗੇ। ਓਕੇ।